हेलो एंड वेलकम, यू वाचिंग द स्टडी वीज़ा शो। मैं हाँ थोड़ी होस्ट सुखबीर के रावी ते मेरे नाल ने RCIC मैंबर जसप्रीत भाटिया जी। जसप्रीत जी तुहाडा बहुत बहुत स्वागत है। थैंक यू जसप्रीत जी, मैं हमेशा तुहाडे नाल गल करदी हां PR दे बारे, और बहुत सारे ऑक्यूपेशनस दे एप्लीकेंट्स इत्थे हुंदे ने, कॉरपोरेट्स 'च जॉब कर रहे हुंदे ने, इंजीनियर डॉक्टर्स एंड टीचर्स भी हुंदे ने जो कि ईजीली अप्लाई कर सकते हैं। बट दे आर फ्यू पीपल जो कि सैल्फ एम्पलॉयड ने या फिर परफॉर्मिंग आर्ट्स च ने, कल्चरल एक्टिविटीज़ ने, दे आर लाइक डांस कोच, दे आर लाइक जिम कोच, दे आर लाइक एथलीट्स। तो इदां दे लोगों को अगर अब्रॉड जाना होए, PR लैनी होए कैनेडा की, तो उन्होंने वास्ते की ऑप्शनस हैं? डेफिनेटली इंडिया एक ਇਹੋ ਜਿਹਾ ਕੰਟਰੀ ਹੈ ਜਿੱਥੇ ਲੈਕ ਆਫ ਅਵੇਅਰਨੈਸ ਬਹੁਤ ਜ਼ਿਆਦਾ ਹੈ ਵਿਦ ਰਿਗਾਰਡਸ ਟੂ PR ਪਰਮਾਨੈਂਟ ਰੈਜ਼ੀਡੈਂਟ। ਆਪਾਂ ਨੂੰ ਸਿਰਫ ਐਕਸਪ੍ਰੈਸ ਐਂਟਰੀ ਦੇ ਬਾਰੇ ਹੀ ਮੇਜਰਲੀ ਸਭ ਨੂੰ ਪਤਾ ਹੈ, PNP ਆਪਸ਼ਨਸ ਬਾਰੇ ਵੀ ਕੰਸਲਟੈਂਟਸ ਨੂੰ ਨੌਲੇਜ ਨਹੀਂ ਹੈਗੀ। ਤੇ ਇਹ ਪ੍ਰੋਗਰਾਮ ਦਾ ਜਿਹੜਾ ਤੁਸੀਂ ਹੁਣੇ ਨਾਮ ਲਿੱਤਾ ਕਿ ਜਿਵੇਂ ਬਹੁਤ ਸਾਰੇ ਕੋਚ ਹੁੰਦੇ ਹੈ ਐਥਲੈਟਿਕਸ ਤੇ ਜਾਂ ਫ੍ਰੀਲਾਂਸਿੰਗ 'ਚ ਜਿਹੜੇ ਲੋਕ ਹੁੰਦੇ ਹੈ ਪਰਫਾਰਮਿੰਗ ਆਰਟਸ ਵਾਲੇ, ਉਹਨਾਂ ਨੂੰ ਲੱਗਦਾ ਕਿ ਕੈਨੇਡਾ ਉਹਨਾਂ ਲਈ ਆਪਸ਼ਨ ਨਹੀਂ ਹੈ PR ਦਾ, ਬਟ ਦੇ ਆਰ ਐਬਸੋਲੂਟਲੀ ਰੋਂਗ। ਦੇयर इज़ वन स्पैसिफिक प्रोग्राम विच इज़ कॉल्ड सेल्फ एम्प्लॉयड पर्सन प्रोग्राम। ਇਹਦੇ ਵਿੱਚ ਅਗਰ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ, ਫ੍ਰੀਲਾਂਸਰ ਹੈਗੇ ਹੋ, ਤੁਸੀਂ ਇਹਦੇ 'ਚ ਅਪਲਾਈ ਕਰ ਸਕਦੇ ਹੋ ਆਪਣੀ PR। ਫॉर एग्जांपल you are a coach, football coach, and you are freelancing, you are giving coaching to students, then you are maybe a dance coach, or maybe you are a performing arts artist। ਤੁਸੀਂ ਅਗਰ ਆਰਟਿਸਟ ਹੋ, ਕਿਤੇ ਤੁਸੀਂ ਕੋਈ ਅਕੈਡਮੀ ਰਨ ਕਰਦੇ ਹੋ ਬਟ ਤੁਸੀਂ ਸੈਲਫ ਇੰਪਲੋਇਡ ਹੋ, ਤਾਂ ਤੁਸੀਂ PR ਦੀ ਆਪਣੀ ਐਪਲੀਕੇਸ਼ਨ ਇਸ ਪ੍ਰੋਗਰਾਮ ਦੇ ਅੰਡਰ ਵਿਚ ਇਜ਼ ਕਾਲਡ ਸੈਲਫ ਇੰਪਲੋਇਡ पर्सन प्रोग्राम ਇਹਦੇ 'ਚ ਫਾਈਲ ਲਗਾ ਸਕਦੇ ਹੋ। बट हैविंग सेड दैट, डोंट गेट वरिड कि भाई ये वाला प्रोग्राम है बिजनेस वीज़ा प्रोग्राम है, इन्वेस्टर वीज़ा प्रोग्राम है। नो, it is for self employed people who are into cultural activities and athletics। जी, ਇਹਦੇ 'ਚ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗੀ ਕਿ ਵੀਜ਼ਾ ਚਾਂਸਸ ਕਿੰਨੇ % ਹੈ। ਦੂਸਰੀ ਗੱਲ ਇਹ ਕਿ ਡੂ ਦੇ ਨੀਡ ਟੂ ਹੈਵ ਸਮ ਕਾइंड ऑफ ਗਵਰਨਮੈਂਟ ਸਰਟੀਫਿਕੇਟ ਜਾਂ ਫਿਰ ਗਵਰਨਮੈਂਟ ਡਿਗਰੀ? Okay, so first of all, ਜਦੋਂ ਤੁਸੀਂ ਕੀ ਕਹਿੰਦੇ ਹੈ, for example when you are if I give an example of maybe a dance teacher or maybe a football coach, ਤਾਂ obviously ਤੁਸੀਂ ਉਹਦੇ ਵਿੱਚ ਆਪਣੀ ਪੜ੍ਹਾਈ ਕੀਤੀ ਹੋਏਗੀ, ਤੁਹਾਡੀ ਐਜੂਕੇਸ਼ਨ ਉਹਦੇ ਰਿਲੇਟਡ ਹੋਏਗੀ। ਡੈਫੀਨੇਟਲੀ ਤੁਹਾਡੇ ਕੋਲ ਸਰਟੀਫਿਕੇਟਸ ਹੋਣਗੇ, ਸਰਟੀਫਿਕੇਟ ਪ੍ਰੋਗਰਾਮਸ ਤੁਸੀਂ ਕੀਤੇ ਹੋਣਗੇ। ਹੁਣ ਅਗਰ ਕੋਈ ਫੁੱਟਬਾਲ ਕੋਚ ਹੋਏਗਾ ਤਾਂ ਉਹਨੇ ਵੀ ਕਿਤੋਂ ਟ੍ਰੇਨਿੰਗ ਲਿੱਤੀ ਹੋਏਗੀ ਤੇ ਉਹਦੇ ਕੋਲ ਵੀ ਸਰਟੀਫਿਕੇਟਸ ਹੋਣਗੇ। ਐਂਡ ਆਈ ਐਮ ਸ਼ੋਰ ਜਿਹੜਾ ਫੁੱਟਬਾਲ ਕੋਚ, ਕ੍ਰਿਕਟ ਕੋਚ ਜਾਂ ਕੋਈ ਅਗਰ ਡਾਂਸ ਕੋਚ ਵੀ ਅਗਰ ਹੋਏਗਾ, ਕੋਈ ਡਾਂਸ ਇੰਸਟਰਕਟਰ ਵੀ ਹੈ, ਤੇ ਉਹਨੇ ਵੀ ਕਿਸੇ ਨਾ ਕਿਸੇ ਲੈਵਲ ਤੇ ਕੋਚਿੰਗ ਲਿੱਤੀ ਹੋਏਗੀ ਤੇ ਉਹਨਾਂ ਕੋਲ ਸਰਟੀਫਿਕੇਟਸ ਹੋਣਗੇ। ਸੋ ਯੂ ਨੀਡ ਟੂ ਹੈਵ ਪ੍ਰੂਫ ਆਫ ਦੋਜ਼ ਸਰਟੀਫਿਕੇਟਸ। ਬਾਕੀ ਅਗਰ ਆਪਾਂ ਗੱਲ ਕਰੀਏ ਕਿ ਕੀ ਸਾਨੂੰ ਚਾਹੀਦਾ ਹੈ ਇਹਦੇ ਲਈ, ਤੁਸੀਂ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਮਿਨੀਮਮ ਆਊਟ ਆਫ ਲਾਸਟ 5 years ਐਜ਼ ਇਨਟੂ ਵਨ ਆਫ ਥੀਜ਼ ਐਕਟੀਵਿਟੀਜ਼। ਵਨ ਇਜ਼ ਕਲਚਰਲ ਐਕਟੀਵਿਟੀਜ਼ ਔਰ ਐਜ਼ ਐਨ ਐਥਲੈਟਿਕ ਐਕਟੀਵਿਟੀ। ਤਾਂ ਤੁਹਾਡੇ ਕੋਲ ਇਹਨਾਂ ਦੋਨਾਂ 'ਚ ਲਾਸਟ 2 years ਦਾ ਹੋਣਾ ਚਾਹੀਦਾ ਹੈ ਐਲੀਜੀਬਿਲਿਟੀ ਲਈ। ਤੁਹਾਡੇ ਕੋਲ ਹਾਇਰ ਐਕਸਪੀਰੀਅੰਸ ਹੋਏਗਾ ਤਾਂ that is going to be better। ਤੇ ਤੁਸੀਂ ਜਿਵੇਂ ਪੁੱਛਿਆ ਕਿ ਡਿਪਲੋਮਾ ਸਰਟੀਫਿਕੇਟਸ ਕੀ ਚਾਹੀਦੇ ਹੈ, ਉਹ ਤੁਹਾਡੀ ਐਜੂਕੇਸ਼ਨ ਦੇ ਅਲੱਗ ਪੁਆਇੰਟਸ ਤੁਹਾਨੂੰ ਮਿਲਣਗੇ, ਬਟ ਟੂ ਪ੍ਰੂਵ ਯੂਰ ਵਰਕ ਐਕਸਪੀਰੀਅੰਸ ਆਪਾਂ ਨੂੰ ਸੈਲਫ ਇੰਪਲੋਇਡ ਪਰਸਨ ਦੇ ਵਰਕ ਐਕਸਪੀਰੀਅੰਸ ਲਾਣੇ ਪੈਣਗੇ। ਜਿਵੇਂ ਕਿ ਹੁਣ ਅਗਰ ਕੋਈ ਡਾਂਸ ਇੰਸਟਰਕਟਰ ਹੈ ਪਿਛਲੇ ਬਹੁਤ ਸਾਲਾਂ ਤੋਂ, ਉਹਦਾ ਪਿਛਲਾ ਐਕਸਪੀਰੀਅੰਸ ਹੈ ਕਿ ਉਹਨੇ ਕਿਸੇ ਯੂਨੀਵਰਸਿਟੀ ਸਕੂਲ ਦੇ ਵਿੱਚ ਉਹਨਾਂ ਨੇ ਦੇ ਵਰ ਅ ਕੋਚ, ਤਾਂ ਪਹਿਲਾਂ ਉਹਦਾ ਐਕਸਪੀਰੀਅੰਸ ਆਪਣਾ ਸ਼ੋ ਕਰ ਸਕਦੇ ਨੇ। ਫਿਰ ਉਹ ਜਦੋਂ ਸੈਲਫ ਇੰਪਲੋਇਡ ਹੋਏ ਤਾਂ ਉਹ ਤੁਸੀਂ ਇੱਕ ਜਗ੍ਹਾ ਰੈਂਟ 'ਤੇ ਲਿੱਤੀ ਹੈ, ਰਾਈਟ, ਤੁਸੀਂ ਉਹਨੂੰ ਉਹਦੀ ਲੀਜ਼ ਐਗਰੀਮੈਂਟ ਦਿਖਾ ਸਕਦੇ ਹੋ, ਉਹਦੀ ਰੈਂਟ ਡੀਡ ਦਿਖਾ ਸਕਦੇ ਹੋ ਕਿ ਯੂ ਹੈਵ ਦਿਸ ਰੈਂਟ ਡੀਡ ਐਂਡ ਵੇਅਰ ਯੂ ਆਰ ਫੰਕਸ਼ਨਿੰਗ ਫਰਮ ਵੇਅਰ ਯੂ ਆਰ ਫੰਕਸ਼ਨਿੰਗ। ਸੈਕੰਡਲੀ ਤੁਹਾਡਾ ਬਿਜ਼ਨਸ ਰਜਿਸਟਰਡ ਹੋਏਗਾ ਓਬਵੀਅਸਲੀ ਬਿਕਾਜ਼ ਯੂ ਆਰ ਸੈਲਫ ਇੰਪਲੋਇਡ, ਤਾਂ ਤੁਸੀਂ ਆਪਣਾ ਬਿਜ਼ਨਸ ਰਜਿਸਟ੍ਰੇਸ਼ਨ ਜ਼ਰੂਰ ਕਰਾਈ ਹੋਏਗੀ ਆਪਣੇ ਕੰਮ ਦੀ, ਤਾਂ ਤੁਸੀਂ ਉਹਨੂੰ ਵੀ ਕੀ ਕਹਿੰਦੇ ਹੈ ਐਜ਼ ਅ ਪ੍ਰੂਫ ਲਗਾਓਗੇ। ਤੁਹਾਡੇ ਜਿਹੜੇ ਕੋਚਿੰਗ ਸੈਂਟਰ ਹੋਏਗਾ ਉਹਦਾ ਪ੍ਰੂਫ ਲਗਾਓਗੇ। ਥਰਡਲੀ ਤੁਹਾਡੇ ਜਿਹੜੇ ਕਲਾਇੰਟਸ ਹੈ, ਜਿਹੜੇ ਤੁਹਾਡੇ ਬੱਚੇ ਜਾਂ ਜਿਹਨਾਂ ਨੂੰ ਤੁਸੀਂ ਸਿਖਾ ਰਹੇ ਹੋ, ਕੋਚ ਕਰ ਰਹੇ ਹੋ, ਉਹ ਵੀ ਆਪਣੀਆਂ ਰੈਫਰੈਂਸ ਲੈਟਰਸ ਨਾਲ ਲਗਾ ਸਕਦੇ ਨੇ ਕਿ ਅਸੀਂ ਇਹਨਾਂ ਕੋਚ ਤੋਂ ਟ੍ਰੇਨਿੰਗ ਲੈ ਰਹੇ ਹਾਂ ਐਂਡ ਇੰਨੇ ਸਾਲਾਂ ਤੋਂ ਲੈ ਰਹੇ ਹਾਂ। So these are few proofs which you can attach to prove your experience into cultural activities or athletics, and you have to show कि तुसी बहुत well established coach रह चुके हो। ऐदा नहीं कि you just started off and तुसी बस you're just doing it part time or temporary। You need to have proper full proof to show कि तुसी cultural activities ਦੇ ਵਿੱਚ ਜਾਂ athletics ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ as a self employed person ਕੰਮ ਕਰ ਰਹੇ ਹੋ। जी,
ਮੈਮ ਅਗਰ ਇਸ ਕੈਟੇਗਰੀ 'ਚ ਕਿਸੇ ਨੇ ਅਪਲਾਈ ਕਰਨਾ ਹੈ, ਕਿੰਨਾ ਟਾਈਮ ਐਪਲੀਕੇਸ਼ਨ ਦਾ ਹੈ ਜਿਹੜਾ ਪ੍ਰੋਸੈਸ ਹੋਣ ਨੂੰ ਲੱਗਦਾ ਹੈ? ਡਜ਼ ਇਟ ਟੇਕ ਮੋਰ ਦੈਨ ਦ ਨੋਰਮਲ PR ਔਰ ਫੰਡਸ ਕਿੰਨੇ ਚਾਹੀਦੇ ਹੋਣਗੇ? ये बहुत अच्छा क्वेश्चन है. डेफिनेटली दिस इज़ वन प्रोग्राम विच इज़, एज आई सेड, वेरी रेयरली नोन टू पीपल, एंड सेकेंडली बिकॉज इट इज़ रिलेटेड टू कल्चरल एक्टिविटीज़ एंड एथलैटिक्स. तो इस करके यदि बहुत ज़्यादा की कहते हैं हाई इन डिमांड तो नहीं मैं कहांगी, बट ज़्यादा एप्लीकेशन सबमिट नहीं होंदियां प्योरली बिकॉज ऑफ द रीजन कि पीपल आर नॉट अवेयर अबाउट इट. तो ये आप ड्यूरेशन की प्रोसैसिंग टाइम की गल करिए, ऑन द वैबसाइट इट सेज 34 months. You should not get worried by seeing the long time processing time, बट डेफिनेटली द प्रोसैसिंग टाइम लंबा है क्योंकि एज आई सैड एप्लीकेशनस रिव्यू करन ते टाइम लगाते हैं एंड लिमिटेड एप्लीकेशन सबमिट होंदी हैं इस प्रोग्राम के अंडर. वो 34 months कह रहे हैं, बट बिकॉज दे ऑल्सो कॉल यू फॉर इंटरव्यू, दे ऑल्सो रिव्यू ऑल योर एलिजिबिलिटी पेपर्स. तो इस करके दिस प्रोग्राम टेक्स अ लिटिल लॉन्गर व्हेन इट कम्स टू एज कंपेयर टू एक्सप्रैस एंट्री. बट हैविंग सैड दैट आप एक्सप्रैस एंट्री एलिजिबल नहीं बैठते, सैल्फ इंपलॉयड पर्सन आप नहीं प्रूव कर पाते फॉर एग्जाम्पल कल्चरल एक्टिविटीज़ या फ्रीलांसिंग दे विच, तो तुसी की कहते हैं इस प्रोग्राम नू डेफिनेटली एक्सप्लोर कर सकते हो, स्पैशली फॉर पीपल हू आर इनटू कल्चरल एक्टिविटीज़ एंड एथलैटिक्स. ਓਕੇ. ਐਂਡ ਜਦੋਂ ਇਹ ਲੋਕਾਂ ਦਾ ਵੀਜ਼ਾ ਆ ਜਾਂਦਾ ਜਿਹੜੇ ਸੈਲਫ ਇੰਪਲੋਇਡ ਹੈ ਜਾਂ ਕਲਚਰਲ ਐਕਟੀਵਿਟੀਜ਼ ਜਾਂ ਐਥਲੀਟਸ ਨੇ, ਉੱਧਰ ਜਾ ਕੇ ਇਹਨਾਂ ਲਈ ਜੌਬ ਜਿਹੜੇ ਜੌਬ ਦੀ ਓਪਰਚੁਨਿਟੀਜ਼ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸ ਤਰ੍ਹਾਂ ਦੇ ਕੰਮ ਉੱਥੇ ਜਾ ਕੇ ਕਰ ਸਕਦੇ ਨੇ? ਓਕੇ, ਸੋ ਦ ਫਰਸਟ ਥਿੰਗ ਵੈਨ ਵੀ ਆਰ ਅਪਲਾਈਂਗ ਫॉर ਦਿਸ ਪ੍ਰੋਗਰਾਮ ਇਜ਼, ਪਹਿਲੀ ਚੀਜ਼ ਐਲੀਜੀਬਿਲਿਟੀ ਦੇ ਅੰਦਰ ਲਿਖਿਆ ਹੋਇਆ ਕਿ ਤੁਹਾਡੀ ਇੰਟੈਂਸ਼ਨ ਹੋਣੀ ਚਾਹੀਦੀ ਹੈ ਕਿ ਤੁਸੀਂ ਕੈਨੇਡਾ ਦੀ ਕਲਚਰਲ ਐਕਟੀਵਿਟੀਜ਼ ਨੂੰ ਬੂਸਟ ਕਰੋਗੇ, ਕੈਨੇਡਾ ਦੀ ਐਥਲੈਟਿਕਸ ਨੂੰ ਬੂਸਟ ਕਰੋਗੇ, ਵਿਚ ਐਵਰ ਕੈਟੇਗਰੀ ਯੂ ਆਰ ਅਪਲਾਈਂਗ ਇਨ. ਤਾਂ ਉਹਦੀ ਇੰਟੈਂਸ਼ਨ ਤੁਹਾਡੀ ਹੋਣੀ ਬਹੁਤ ਸਟਰੋਂਗ ਹੈ. ਇਹਦਾ ਮਤਲਬ ਕਿ ਤੁਹਾਡੇ ਕੋਲ ਐਬਿਲਿਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਉੱਥੇ ਜਾ ਕੇ ਸੈਲਫ ਇੰਪਲੋਇਡ ਹੀ ਰਹੋਗੇ. ਯੂ ਕੈਨ ਨਾਟ ਸੇ ਕਿ ਉੱਥੇ ਜਾ ਕੇ ਮੈਂ ਜੌਬ ਕਰਾਂਗਾ ਕੈਨੇਡਾ 'ਚ, ਬਿਕੋਜ਼ ਇਹ ਉਹਦੀ ਐਲੀਜੀਬਿਲਿਟੀ ਫੈਕਟਰ ਦੇ ਵਿੱਚ ਇਸ ਪ੍ਰੋਗਰਾਮ ਦੇ ਆਉਂਦਾ ਹੈ ਕਿ ਤੁਸੀਂ ਕੈਨੇਡਾ ਜਾ ਕੇ ਐਜ਼ ਅ ਸੈਲਫ ਇੰਪਲੋਇਡ ਪਰਸਨ ਕੰਮ ਕਰੋਗੇ. ਤੁਹਾਡੇ ਕੋਲ ਉਹਨਾਂ ਪੈਸੇ ਹੈਗੇ, ਦੇਰ ਇਜ਼ ਨੋ ਰਿਕੁਆਇਰਮੈਂਟ ਆਫ ਸਪੈਸੀਫਿਕ ਫੰਡਸ ਜਿਹੜੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਇਸ ਪ੍ਰੋਗਰਾਮ ਦੇ ਅੰਦਰ, ਬਟ ਡੈਫੀਨੇਟਲੀ ਯੂ ਸ਼ੁੱਡ ਹੈਵ ਇਨਫ ਮਨੀ ਟੂ ਸਸਟੇਨ ਵਿਦਆਊਟ ਅ ਜੌਬ ਇਨ ਕੈਨੇਡਾ. ਐਂਡ ਤੁਸੀਂ ਇਹ ਪ੍ਰੋਮਿਸ ਕਰਕੇ ਜਾ ਰਹੇ ਹੋ ਇੱਥੋਂ ਕਿ ਤੁਸੀਂ ਉੱਥੇ ਜਾ ਕੇ ਵੀ ਆਪਣੀਆਂ ਇਹੀ ਐਕਟੀਵਿਟੀਜ਼ ਨੂੰ ਪ੍ਰਮੋਟ ਕਰੋਗੇ. ਤੁਸੀਂ ਮੇ ਬੀ ਹੁਣ ਤੁਸੀਂ ਅਗਰ ਡਾਂਸ ਟੀਚਰ ਹੈਗੇ ਹੋ ਫੋਰ ਐਗਜ਼ਾਮਪਲ, ਤੁਸੀਂ ਕੋਈ ਫੋਕ ਡਾਂਸ ਸਿਖਾਉਂਦੇ ਹੋ, ਮੇ ਬੀ ਗਿੱਧਾ ਸਿਖਾਉਂਦੇ ਹੋ, ਭੰਗੜਾ ਸਿਖਾਉਂਦੇ ਹੋ, ਤਾਂ ਤੁਸੀਂ ਅਗਰ ਉਹ ਕੰਮ ਕਰਦੇ ਹੋ ਤਾਂ ਤੁਸੀਂ ਇਹ ਕਮਿਊਨਿਟੀ ਪ੍ਰੂਵ ਕਰੋਗੇ ਵੀਜ਼ਾ ਆਫਿਸਰ ਨੂੰ ਕਿ ਮੈਂ ਉੱਥੇ ਜਾ ਕੇ ਵੀ ਇਹੀ ਪ੍ਰਮੋਟ ਕਰਾਂਗਾ, ਕਿਉਂਕਿ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਹੈਗੀ ਹੈ ਤੇ ਅਸੀਂ ਉਹਨਾਂ ਦੇ ਥਰੂ ਹੀ ਆਪਣਾ ਕਲਚਰ ਨੂੰ ਜਾਂ ਕਲਚਰਲ ਐਕਟੀਵਿਟੀਜ਼ ਨੂੰ ਬੂਸਟ ਦੇਵਾਂਗੇ. ਜੀ, ਤੇ ਇੱਦਾਂ ਦੇ ਜਿਹੜੇ ਐਪਲੀਕੈਂਟਸ ਨੇ ਇਹਨਾਂ ਦਾ ਜਦੋਂ ਵੀਜ਼ਾ ਆ ਜਾਂਦਾ ਉੱਥੇ ਚਲੇ ਜਾਂਦੇ ਨੇ, ਉੱਥੇ ਵੀ ਸੈਲਫ ਇੰਪਲੋਇਡ ਕੰਮ ਕਰਦੇ ਨੇ ਆਪਣਾ, ਉਸ ਤੋਂ ਬਾਅਦ ਇਹਨਾਂ ਨੂੰ ਆਪਣੀ ਫੈਮਿਲੀ ਨੂੰ ਉੱਥੇ ਬੁਲਾਉਣ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਬਿਕਾਜ਼ ਫੈਮਿਲੀ ਉੱਥੇ ਬੁਲਾਉਣ 'ਚ ਉਹਨਾਂ ਨੂੰ ਇੱਕ ਸਪੈਸੀਫਿਕ ਫੰਡਸ ਤੁਹਾਨੂੰ ਸ਼ੋ ਕਰਨੇ ਪੈਂਦੇ ਨੇ. ਨਹੀਂ, ਫੈਮਿਲੀ ਦੀ ਐਪਲੀਕੇਸ਼ਨ ਤੁਸੀਂ ਉਹਨਾਂ ਦੀ ਨਾਲ ਲਗਾ ਸਕਦੇ ਹੋ PR ਦੇ ਵਿੱਚ. ਯੂ ਕੈਨ ਸਪੋਰਟ ਯੋਰ ਫੈਮਿਲੀ ਐਪਲੀਕੇਸ਼ਨ ਡਾਇਰੈਕਟਲੀ. ਪੂਰੀ PR ਦੀ ਫਾਈਲ ਇਕੱਠੀ ਲੱਗਦੀ ਹੈ ਫੈਮਿਲੀ ਦੀ, ਤਾਂ ਉਹਦੇ 'ਚ ਉਹ ਕੁਐਸਚਨ ਨਹੀਂ ਰਹਿ ਜਾਂਦਾ ਕਿ ਤੁਸੀਂ ਉਹਨਾਂ ਨੂੰ ਬਾਅਦ 'ਚੋਂ ਬੁਲਾਓ. ਯੈਸ, ਅਗਰ ਤੁਸੀਂ ਇਕੱਲੇ ਜਾ ਰਹੇ ਹੋ, ਯੂ ਗੈਟ ਮੈਰਿਡ ਆਫਟਰ ਦੈਟ, ਤੁਹਾਡਾ ਜਿਹੜਾ ਪਾਰਟਨਰ ਹੈ ਉਹ ਇੰਡੀਅਨ ਸਿਟੀਜ਼ਨ ਹੈ, ਤੁਸੀਂ ਉਹਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਦੈਨ ਵੀ ਕਾਲ ਦੈਟ ਐਜ਼ ਅ ਸਪਾਊਸ ਸਪੋਂਸਰਸ਼ਿਪ. तो तुसी अपने हस्बैंड या वाइफ की PR बाद चो स्पॉन्सरशिप के राही लगा सकते हो. तो अगर इस तो यही पता चलता है कि अगर तुसी मतलब बहुत ज़्यादा कोई वड्डी कंपनी से इंपलॉयड नहीं हो, सैल्फ इंपलॉयड और कल्चरल एक्टिविटीज़ च तुहाडा इंटरस्ट है, दैन डिसहार्टन होने की कोई ज़रूरत नहीं है. देयर इज़ अ स्पैशल वीज़ा कैटेगरी फॉर पीपल लाइक यू, और मैम ने जिद्दां एक्सप्लेन किया. बाकी तुसी मैम नूं कॉल कर सकते हो, नंबर दिते हुए ने तुहाडी TV स्क्रीन के उपर. मैम हले फिलहाल इंडिया च ने, दैन डेफिनेटली मैम अगर अब्रॉड भी चले जाते हैं तुहाडे क्वेरीज जिहड़े है वो आंसरस किए जाएंगे और तुहानूं गाइड किया जाएगा कि किस तरह तुसी अपना इस कैटेगरी के अंडर वीज़ा ले सकते हो. जसप्रीत जी, तुहाडा बहुत बहुत थैंक्स. थैंक यू जी.